ਮਕਾਨ ਜਦੋਂ ਢਹਿ ਢੇਰੀ ਹੋਣਾ ਸ਼ੁਰੂ ਹੁੰਦਾ ਹੈ, ਉਹਦੇ ਢਹਿ ਢੇਰੀ ਹੋਣ ਦੇ ਕਈ ਕਾਰਨ ਹੁੰਦੇ ਨੇ। ਇਸ ਕਰਕੇ ਜਦੋਂ ਤਾਈਂ ਜਿਸ ਚੀਜ਼ ਦਾ ਕਾਰਨ ਨਹੀਂ ਪਤਾ, ਜਦੋਂ ਕਾਰਨ ਨਹੀਂ ਪਤਾ, ਫਿਰ ਉਸ ਚੀਜ਼ ਦਾ ਸੋਲੂਸ਼ਨ ਵੀ ਨਹੀਂ ਹੋ ਸਕਦਾ, ਉਸ ਚੀਜ਼ ਦਾ ਹੱਲ ਵੀ ਨਹੀਂ ਹੋ ਸਕਦਾ, ਕਿਉਂਕਿ ਹੱਲ ਕਾਰਨ ਦੇ ਨਾਲ ਹੀ ਚਾਹੀਦਾ ਹੈ। ਜੇ ਕਾਰਨ ਮਿਲੇਗਾ ਤੇ ਹੱਲ ਹੋ ਜਾਏਗਾ। ਜਦੋਂ ਤਾਈਂ ਮਨੁੱਖ ਨੂੰ ਕਾਰਨ ਦਾ ਨਹੀਂ ਪਤਾ, ਹੱਲ ਨਹੀਂ ਹੋਏਗਾ। ਇਸ ਕਰਕੇ ਸੂਝਵਾਨ ਮਨੁੱਖ ਆਪਣੀ ਜ਼ਿੰਦਗੀ ਦੇ ਕਾਰਨ ਲੱਭਦੇ ਨੇ। ਹਰੇਕ ਚੀਜ਼ ਪਿੱਛੇ ਕੋਈ ਨਾ ਕੋਈ ਕਾਰਨ ਹੈ। ਔਰ ਮਹਾਰਾਜ ਨੇ ਤੇ ਇਹ ਕਿਹਾ, ਜੇ ਲੰਮੇ ਤੌਰ ਤੇ ਵੇਖੀਏ, ਦੇ ਲੰਮੀ ਨਜ਼ਰ ਨਿਹਾਲੀ ਹੈ, ਜੇ ਡੂੰਘੇ ਤੌਰ ਤੇ ਵੇਖਿਆ ਜਾਏ, ਹਰੇਕ ਵਸਤੂ ਦੇ ਪਿੱਛੇ ਇੱਕ ਹੀ ਕਾਰਨ ਹੈ, ਉਹ ਹੈ ਪਰਮਾਤਮਾ। ਜੇ ਡੂੰਘੇ ਤੌਰ ਤੇ ਵੇਖੀਏ, ਪਰ ਇਹ ਜਿਹੜੀ ਲੜੀ ਹੈ ਹੌਲੀ ਹੌਲੀ ਉੱਥੋਂ ਤੇ ਹੀ ਜਾਂਦੀ ਹੈ, ਇੱਕੋ ਦਮ ਤੇ ਨਹੀਂ, ਹੌਲੀ ਹੌਲੀ ਜਾਂਦੀ ਹੈ। ਪਹਿਲਾ ਮਨੁੱਖ ਆਪਣੀ ਸਫਲਤਾ ਦਾ, ਆਪਣੀ ਅਸਫਲਤਾ ਦਾ, ਸਫਲਤਾ ਦਾ ਕਾਰਨ ਜਾਂ ਘਰ ਵਾਲਿਆਂ ਨੂੰ ਮੰਨਦਾ ਹੈ, ਜਾਂ ਆਪਣੇ ਪੜੋਸੀਆਂ ਨੂੰ, ਰਿਸ਼ਤੇਦਾਰਾਂ ਨੂੰ ਮੰਨਦਾ ਹੈ। ਜਿਵੇਂ ਜਿਵੇਂ ਇਹ ਮਨੁੱਖ ਡੂੰਘਾ ਹੁੰਦਾ ਜਾਏਗਾ, ਆਪਣੀ ਸਫਲਤਾ ਔਰ ਅਸਫਲਤਾ ਦਾ ਕਾਰਨ ਆਪਣੀਆਂ ਕਰਮਾਂ ਨੂੰ ਮੰਨ ਲੈਂਦਾ ਹੈ। ਜਦੋਂ ਹੋਰ ਵੀ ਜ਼ਿਆਦਾ ਡੂੰਘਾ ਹੋ ਜਾਏਗਾ, ਫਿਰ ਆਪਣੀ ਸਫਲਤਾ ਔਰ ਅਸਫਲਤਾ ਨੂੰ ਪਰਮਾਤਮਾ ਦਾ ਹੁਕਮ ਮੰਨ ਲੈਂਦਾ ਹੈ। ਬਸ ਜਦੋਂ ਇੱਥੇ ਪਹੁੰਚ ਜਾਂਦਾ ਹੈ, ਫਿਰ ਮਨੁੱਖ ਦੀ ਭੱਜ ਦੌੜ ਖਤਮ ਹੋ ਜਾਂਦੀ ਹੈ। ਹੁਣ ਇੱਥੋਂ ਤਾਈਂ ਦੀ ਗੱਲ ਕੌਣ ਸਮਝੇਗਾ? ਹਰੇਕ ਵਸਤੂ ਦੇ ਪਿੱਛੇ, ਹਰੇਕ ਕਾਰਨ ਦੇ ਪਿੱਛੇ ਉਸ ਪਰਮ ਕਾਰਨ ਨੂੰ ਵੇਖਣਾ, ਪਰਮਾਤਮਾ ਨੂੰ ਵੇਖਣਾ ਬੜੀ ਵੱਡੀ ਗੱਲ ਹੈ, ਔਰ ਬੜੀ ਜ਼ਿਆਦਾ ਸ਼ਕਤੀਸ਼ਾਲੀ ਗੱਲ ਵੀ ਹੈ। ਕਿਉਂਕਿ ਜਿਹੜਾ ਮਨੁੱਖ ਸ਼ਕਤੀਸ਼ਾਲੀ ਹੋਏਗਾ, ਇਸ ਚੀਜ਼ ਨੂੰ ਉਹੀ ਜਾਣਨਾ ਕਰ ਸਕਦਾ ਹੈ, ਹਰੇਕ ਮਨੁੱਖ ਨਹੀਂ। ਇਸ ਕਰਕੇ ਮਹਾਰਾਜ ਨੇ ਕਿਹਾ, ਜਿਸ ਨੂੰ ਇਸ ਦੁਨੀਆ ਵਿੱਚ ਰਹਿੰਦੇ ਆ, ਆਹ ਜਿਹੜਾ ਦੁਨੀਆ ਚੱਲ ਰਹੀ ਹੈ, ਪਰਮਾਤਮਾ ਦੀ ਬੰਦਗੀ ਦਾ ਰੰਗ ਲੱਗ ਗਿਆ, ਆਪਣੀ ਆਤਮਾ ਨੂੰ ਜਿਹਨੇ ਜਾਣ ਲਿਆ, ਉਹ ਕੋਈ ਮਾਮੂਲੀ ਇਨਸਾਨ ਨਹੀਂ ਹੈ, ਉਹ ਕੋਈ ਮਾਮੂਲੀ ਨਹੀਂ ਹੈ, ਬਹੁਤ ਵੱਡਾ ਇਨਸਾਨ ਹੈ। ਕਿਉਂਕਿ ਇੱਥੇ ਰਹਿ ਕੇ ਆਪਣੇ ਆਤਮਾ ਨੂੰ ਜਾਣ ਲੈਣਾ, ਆਪਣੇ ਨਿੱਜੀ ਸਰੂਪ ਨੂੰ ਜਾਣ ਲੈਣਾ ਬੱਚਿਆਂ ਦਾ ਖੇਡ ਤੇ ਘੱਟੋ ਘੱਟ ਨਹੀਂ ਹੈ। ਇੰਨੀ ਜ਼ਿਆਦਾ ਵਿਚਾਰਸ਼ੀਲਤਾ ਦੇ ਵਿੱਚ ਚਲੇ ਜਾਣਾ, ਇੰਨੀ ਗਹਿਰਾਈ ਵਿੱਚ ਚਲੇ ਜਾਣਾ, ਇੰਨੀ ਸੂਰਤ ਦਾ ਨਿਰਮਲ ਹੋ ਜਾਣਾ, ਅੰਤ ਦੇ ਵਿੱਚ ਆਪਣੀ ਆਤਮਾ ਦਾ ਹੀ ਪਤਾ ਲੱਗ ਗਿਆ। ਇੰਨੀ ਗਹਿਰਾਈ ਉਸ ਜਿਗਿਆਸੂ ਵਿੱਚ ਹੁੰਦੀ ਹੈ ਜਿਹਨੂੰ ਦੁਨਿਆਵੀ ਤੌਰ ਤੇ 2-3 ਸੱਚ ਪਤਾ ਲੱਗ ਗਏ ਨੇ। ਪਹਿਲੀ ਗੱਲ ਤੇ ਇਹ, ਸੰਗ ਸਹਾਈ ਸੋ ਆਵੇ ਨਾ ਚੀਤ। ਜੋ ਨਾਲ ਹੈ, ਇਹਨੂੰ ਪਤਾ ਲੱਗ ਗਿਆ ਮੇਰੇ ਨਾਲ ਕੋਈ ਹੈ, ਪਰ ਮੇਰੇ ਚੇਤੇ ਵਿੱਚ ਨਹੀਂ ਹੈ। ਦੂਜੀ ਗੱਲ ਮਹਾਰਾਜ ਕਹਿੰਦੇ ਨੇ, ਜੋ ਬਹਿਰਾਈ ਤਾਸਿਓ ਪ੍ਰੀਤ। ਜੋ ਦੁਸ਼ਮਣ ਨੇ ਉਹਨਾਂ ਨਾਲ ਪ੍ਰੇਮ ਹੈ। ਮਨੁੱਖ ਦੇ ਦੁਸ਼ਮਣ ਕੀ ਨੇ? ਬਾਹਰੀ ਤੌਰ ਤੇ ਕੋਈ ਇਹਦਾ ਦੁਸ਼ਮਣ ਨਹੀਂ ਹੈ। ਇਹਦੇ ਦੁਸ਼ਮਣ ਨੇ ਇਹਦੇ 5 ਵਿਕਾਰ, ਔਰ ਉਹ ਵੀ ਦੁਸ਼ਮਣ ਨਹੀਂ ਹਨ, ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ। ਉਹੀ ਵਿਕਾਰ ਨੇ ਜਿਹੜੇ ਮਨੁੱਖ ਦੀ ਸੁਰਤ ਨੂੰ ਫਿਰ ਅੱਗੇ ਲੈ ਕੇ ਜਾਂਦੇ ਨੇ। ਜਿਨ੍ਹਾਂ ਨੂੰ ਵਿਕਾਰ ਉਦੋਂ ਤਾਈਂ ਉਹ ਵਿਕਾਰ ਨੇ ਜਦੋਂ ਤਾਈਂ ਉਹਨਾਂ ਦੀ ਸਮਝ ਨਹੀਂ ਲੱਗੀ। ਜਿਵੇਂ ਪਾਣੀ ਤੇ ਪਾਣੀ ਹੈ, ਪਾਣੀ ਦੇ ਵਿੱਚ ਜੇ ਵਿਸ਼ ਮਿਲਾ ਦਈਏ, ਜ਼ਹਿਰ ਮਿਲਾ ਦਈਏ, ਉਹ ਪਾਣੀ ਫਿਰ ਪਾਣੀ ਨਹੀਂ ਰਹਿੰਦਾ। ਜੇ ਕੱਲਾ ਪਾਣੀ ਹੋਏ ਕਿਸੇ ਦੀ ਪਿਆਸ ਬੁਝਾ ਸਕਦਾ ਹੈ,
जे ਉਹੀ पानी ਜ਼ਹਿਰ बन गया फिर किसी ਨੂੰ मार सकता है। ਉਹੀ क्रोध है, ਉਹੀ हंकार है, ਉਹੀ भावना ने। विकारां का मतलब कोई अंदर ये नहीं अंदर किसी लैवल वो बैठे हुए ने, नहीं, भावनावां ने। जिवें किसी चीज़ नूं वेख्या है, हुण मनुख कहंदा ये मेरी चीज़ सी, इन्हें खत्म कर दी, उत्ते क्रोध आ जाएगा। पर जे इस नूं पता ही लग जाए ये मेरी नहीं है, सच पता लग गया, क्रोध नहीं आएगा। इसका मतलब क्रोध भाई थोड़ी ना गया, कि अंदर ही है। क्रोध किते गया नहीं है, ना जाएगा। वो तो शरीर के अंदर भावनावां ने अंदर रहिंदियां ने। ਉਹੀ ਜਿਹੜਾ क्रोध है, जो अंदर शक्ति है, क्रोध के रूप में सामने आई सी। जिस दिन मनुख नूं लगेगा कोई जालम सारे देश नूं लुट रहे है, लोकां नूं मार रहे हैं, वही क्रोध एक दिन साहस बन जाएगा। वही क्रोध तो वही है, क्रोध खत्म नहीं होता। वो तो शरीर के 5 तत्तां का शरीर बनया, 5 ही तत्तां अगे वो विकार ने, तो उन्हां 5 विकारां का इन्हां 5 तत्तां दे नाल बड़ा ज़्यादा संबंध है। मनुख के अंदरों विकार खत्म नहीं होंगे। उन्हां विकारां दी समझ लग जाती है, इन्हां तो मैं लाभ किवें लैणा है। जिन्होंने महाराज बाणी कहते पंजे बद्दे महाबली कर सच्चा टोआ। बन्ने ने, बन्ने का मतलब इन्हां नूं मैं समझा लिया है, हुण मेरा काम करते हैं ये 5 महाबली। अज दी जिहड़ा ये मुख सूत्र है, जिहदे विच महाराज कहंदे जिहड़ी मुख गल है, महाराज जी कहते जदों अपने आप का पता लग गया मैं कौन हाँ, फिर तृष्णा बुझ जाएगी। तृष्णा उदों तई है जदों तई मन झूठ दे विच जुड़िया होया, जदों तई मन नूं अज्ञानता है। कट्ठे करन दी होर तृष्णा मतलब अतृप्ति। और तृप्ति अतृप्ति कदों दी है, जदों दी परमात्मा तो लिव छुड़की है। जदों दी मनुख दी लिव परमात्मा तो टुट गई है, मन परमात्मा नाल टुट गया है, फिर मनुख अपने आप को तृप्त करना चाहता है। ये वास्ते ने वसीले की बनाए ने, बाहरी तौर पर भोजन नाल तृप्त होना चाहता है, बाहरी तौर पर कोई ये गवांढियां दे कोल मकान है, पड़ोसियों कोल ये भी वड्डा लेना चाहता है तृप्ति, जां ये कोल छोटी गाड़ी वड्डी लेना चाहता है तृप्ति। ये मतलब मत जानना लैनी नहीं है, ये नहीं मतलब है। मैं जी गल आप जी सामने दसनी चाह रहा, इसका मतलब ये नहीं वो लैनी नहीं है, ये गल नहीं है। मतलब सिर्फ इन्ना है, उहदे बारे जानना है। मनुख अपना कर्म तो जरूर करे, कर्म थोड़ी ना छड्डना है, कर्म तो करेगा ही करेगा। कर्म दे विच आशावां खत्म हो जांदियां ने, उहनूं कहंदे ने कर्म दे विच आशावां खत्म हो गई। कर्म तो मनुख ने करना ही करना है। इस करके जदों तई मनुख के अंदर तृष्णा है, उदों तई तृप्त नहीं है। और तृष्णा कदों तई है, जदों तई अपने अंदर की आत्मा नूं नहीं जानदा। गुर प्रसाद आपन आप सुझै। जदों तई अपनी आत्मा नूं नहीं जानदा, उदों तई तृष्णा बनी रहेगी, किसी तरीके नाल नहीं बुझदी। जिस दिन इस नूं पता लग गया ये शरीर ते नहीं है, इस नूं पता लग गया, उदों तई जदों तई तृष्णा है, उदों तई पूजा भी तृष्णा बन जाए, वासना बन जाती है। जदों तई अंदर तृष्णा है, उदों तई बंदगी भी वासना है, उदों तई पूजा भी मैली है। मन मैले तो सब कुछ मैला है। 2 चीज़ां ने, एक मनुख की अरदास है जिन्हों असी उपासना कहने, एक मनुख की मंग है, वासना है। हुण मनुख जिहड़ी अरदास भी करेगा वह भी वासना तो प्रेरित होएगी, वासना तो, मंगां तो। जदों तई वो मंगां चलदियां ने, उदों तई पूजा ते नहीं हुंदी। जिवें जिवें मनुख हौली 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 पूजा वाल नूं आउणा शुरू करता है, वासनावां खत्म होणियां शुरू हो जांदियां। स्वामी राम कृष्ण ते विवेकानंद दोवें क्योंकि गुरु चेला होए ने, उन्हां दी एक घटना इहदे ते आधारित है।
ਵਾਸ਼ਨਾ ਦੇ ਉੱਤੇ। ਕਹਿੰਦੇ ਹਨ ਵਿਵੇਕਾਨੰਦ ਦੇ ਘਰ ਬੜੀ ਗਰੀਬੀ ਆਈ, ਬਹੁਤ ਜ਼ਿਆਦਾ ਗਰੀਬੀ ਸੀ, ਖਾਣ ਨੂੰ ਕੁਝ ਨਹੀਂ, ਪਾਉਣ ਨੂੰ ਵੀ ਕੁਝ ਨਹੀਂ। ਤੇ ਰਾਮਕ੍ਰਿਸ਼ਨ ਨੂੰ ਇਹ ਪਤਾ ਲੱਗਿਆ। ਰਾਮਕ੍ਰਿਸ਼ਨ ਵਿਵੇਕਾਨੰਦ ਨੂੰ ਕਹਿੰਦੇ ਨੇ, ਕਹਿੰਦੇ ਹੇ ਵਿਵੇਕਾਨੰਦ, ਜਾ ਤੂੰ ਅੰਦਰ ਚੱਲਿਆ ਮੰਦਰ ਮੱਥਾ ਟੇਕਣ। ਮੰਗ ਲਈ ਮਾਤਾ ਤੋਂ, ਅੰਦਰ ਗਿਆ, ਬਾਹਰ ਆ ਗਿਆ, 5 ਮਿੰਟ ਅੰਦਰ ਅਰਦਾਸ ਕੀਤੀ, ਬਾਹਰ ਆਇਆ। ਕਹਿੰਦੇ ਮੰਗਿਆ ਨਹੀਂ? ਕਹਿੰਦੇ ਨਹੀਂ। ਕਹਿੰਦੇ ਕਿਉਂ ਨਹੀਂ ਮੰਗਿਆ ਤੂੰ? ਕਹਿੰਦੇ ਪਤਾ ਨਹੀਂ, ਜਦੋਂ ਉਹਦੇ ਕੋਲ ਜਾਈਦਾ ਹੈ ਮੰਗਣ ਨੂੰ ਦਿਲ ਹੀ ਨਹੀਂ ਕਰਦਾ। ਇਹਨੂੰ ਪ੍ਰੇਮ ਕਹਿੰਦੇ ਨੇ ਸਾਧ ਸੰਗਤ। ਜਦੋਂ ਸਾਹਮਣੇ ਬੈਠ ਕੇ ਮੈਂ ਗੱਲ ਕਰਦਾ ਮੰਗਣ ਨੂੰ ਦਿਲ ਹੀ ਨਹੀਂ ਕਰਦਾ। ਤੇ ਚੱਲ ਦੂਜੀ ਵਾਰੀ ਗਿਆ, ਦੂਜੀ ਵਾਰੀ ਫਿਰ ਅੰਦਰ ਗਿਆ, ਫਿਰ ਬਾਹਰ ਆ ਗਿਆ। ਕਹਿੰਦੇ ਮੰਗਿਆ ਨਹੀਂ? ਕਹਿੰਦੇ ਨਹੀਂ ਗੁਰੂ ਜੀ, ਅੰਦਰ ਜਾਣਾ ਦਿਲ ਹੀ ਨਹੀਂ ਕਰਦਾ ਮੰਗਣ ਦਾ। ਉਹ ਕਹਿੰਦੇ ਤੁਸੀਂ ਮੈਨੂੰ ਬਾਰ-ਬਾਰ ਮੰਗਣ ਵਾਸਤੇ ਕਿਉਂ ਜ਼ੋਰ ਦੇ ਰਹੇ ਹੋ, ਮੈਨੂੰ ਇਹ ਦੱਸੋ। ਕਹਿੰਦੇ ਮੈਂ ਇਹ ਵੇਖਣਾ ਚਾਹ ਰਿਹਾ ਤੇਰੀ ਪੂਜਾ ਹੈ ਕਿ ਤੇਰੀ ਪੂਜਾ ਵਾਸ਼ਨਾ ਹੈ, ਇਹ ਵੇਖਣਾ ਚਾਹ ਰਿਹਾ। ਥੋੜੀ ਡੂੰਘੀ ਗੱਲ ਸ਼ਾਇਦ ਸਮਝ ਚ ਆ ਗਈ ਹੋਏਗੀ। ਇਹ ਮੈਂ ਵੇਖਣਾ ਚਾਹ ਰਿਹਾ ਤੇਰੀ ਪੂਜਾ ਹਜੇ ਪੂਜਾ ਹੈ ਕਿ ਵਾਸ਼ਨਾ ਹੈ। ਇਹਨੂੰ ਮਹਾਰਾਜ ਕਹਿੰਦੇ ਨੇ ਮੰਗਣਾ ਮੰਗ ਨਿੱਕਾ, ਹਰ ਜਸ ਗੁਰ ਤੇ ਮੰਗਣਾ, ਇਹਨੂੰ ਕਹਿੰਦੇ ਨੇ। ਸਭ ਤੋਂ ਸ੍ਰੇਸ਼ਟ ਜਿਹੜੀ ਗੱਲ ਹੈ, ਪਰਮਾਤਮਾ ਤੋਂ ਜੇ ਕੁਝ ਲੈਣਾ ਹੈ ਫਿਰ ਪਰਮਾਤਮਾ ਹੀ ਹੈ, ਉਸ ਤੋਂ ਵੱਡੀ ਚੀਜ਼ ਉਹਦੇ ਕੋਲ ਹੈ ਹੀ ਨਹੀਂ। ਜੇ ਪਰਮਾਤਮਾ ਕੋਲ ਸਭ ਤੋਂ ਵੱਡੀ ਚੀਜ਼ ਹੈ ਉਹਦਾ ਆਪਣਾ ਆਪ ਹੈ, ਉਸ ਤੋਂ ਵੱਡਾ ਕੁਝ ਨਹੀਂ ਹੈ। ਜਿੰਨੀਆਂ ਵੀ ਚੀਜ਼ਾਂ ਨੇ ਉਹਦੇ ਵਿੱਚੋਂ ਹੀ ਨਿਕਲਦੀਆਂ ਨੇ, ਜੋ ਕੁਝ ਵੀ ਨਿਕਲਿਆ। ਇਸ ਕਰਕੇ ਜਦੋਂ ਤਾਈਂ ਮਨੁੱਖ ਨੂੰ ਆਪਣਾ ਆਪ ਨਹੀਂ ਸੁੱਝੇਗਾ, ਆਪਣੇ ਆਪ ਦਾ ਪਤਾ ਨਹੀਂ ਲੱਗੇਗਾ ਮੈਂ ਕੌਣ ਹਾਂ, ਉਦੋਂ ਤਾਈਂ ਤ੍ਰਿਸ਼ਨਾ ਨਹੀਂ ਬੁਝੇਗੀ। ਫਿਰ ਇਹ ਜਿਹੜੀ ਤ੍ਰਿਸ਼ਨਾ ਹੈ, ਇਹ ਤ੍ਰਿਸ਼ਨਾ ਰੋਜ਼-ਰੋਜ਼ ਮਨੁੱਖ ਦੇ ਗੁਣਾਂ ਨੂੰ ਖਾਂਦੀ ਹੈ। ਰੋਜ਼-ਰੋਜ਼ ਇਹ ਤ੍ਰਿਸ਼ਨਾ ਰੋਜ਼-ਰੋਜ਼ ਮਨੁੱਖ ਨੂੰ ਖਾਲੀ ਕਰਦੀ ਹੈ, ਰੋਜ਼-ਰੋਜ਼ ਕਰ ਰਹੀ ਹੈ। ਔਰ ਮਹਾਰਾਜ ਤਾਂ ਹੀ ਕਹਿੰਦੇ ਨੇ ਤ੍ਰਿਸ਼ਨਾ ਬੁਝਦੀ ਵੀ ਵਿਰਲੇ ਦੀ ਹੈ। ਔਰ ਤ੍ਰਿਸ਼ਨਾ ਕੈਸੀ ਹੁੰਦੀ ਹੈ, ਇਹਦਾ ਸੁਭਾਅ ਕੀ ਹੁੰਦਾ ਹੈ? ਜਿਵੇਂ ਰੇਗਿਸਤਾਨ ਦੇ ਅੰਦਰ ਇੱਕ ਮਿਰਗ ਹੁੰਦਾ ਹੈ, ਮਿਰਗ ਰੇਗਿਸਤਾਨ 'ਚ ਦੂਰ ਵੇਖਦਾ ਐਵੇਂ ਲੱਗਦਾ ਜਿਵੇਂ ਪਾਣੀ ਹੈ। ਮਿਰਗ ਭੱਜਦਾ 2 ਕਿਲੋਮੀਟਰ ਤੇ ਵੇਖਦਾ ਉੱਥੇ ਤੇ ਪਾਣੀ ਨਹੀਂ ਹੈ, ਅੱਗੇ 2 ਕਿਲੋਮੀਟਰ ਪਾਣੀ ਲੱਗ ਜਾਂਦਾ, ਉੱਥੇ ਪਹੁੰਚਿਆ ਪਾਣੀ ਤੇ ਉੱਥੇ ਵੀ ਨਹੀਂ ਹੈ। ਸਾਰੀ ਉਮਰ ਮਿਰਗ ਐਵੇਂ ਭੱਜਦਾ ਰਹਿੰਦਾ, ਇੱਥੋਂ ਭੱਜਿਆ ਅੱਗੇ ਪਾਣੀ, ਉੱਥੋਂ ਭੱਜਿਆ ਅੱਗੇ ਪਾਣੀ, ਪਾਣੀ ਉਹਨੂੰ ਨਹੀਂ ਲੱਭਦਾ। ਐਵੇਂ ਮਨੁੱਖ ਆਪਣੀ ਜ਼ਿੰਦਗੀ ਵਿੱਚ ਹੈ, ਪਹਿਲਾਂ ਇੱਕ ਮੰਗ ਹੈ ਉਹ ਪੂਰੀ ਹੋ ਗਈ, ਕੁਛ ਸ਼ਾਂਤੀ ਨਹੀਂ ਆਈ। 5-4 ਦਿਨ ਜਦੋਂ ਤੱਕ ਮੰਗ ਪੂਰੀ ਹੁੰਦੀ ਹੈ ਉਦੋਂ ਤੱਕ ਤ੍ਰਿਪਤੀ ਰਹਿੰਦੀ ਹੈ, ਫਿਰ ਉਹ ਤ੍ਰਿਪਤੀ ਹੋ ਜਾਂਦੀ ਹੈ। ਅਗਲੀ ਚੀਜ਼ ਅਗਲੀ ਵੀ ਮਿਲ ਜਾਂਦੀ ਹੈ, ਫਿਰ ਉੱਥੋਂ ਅੱਗੇ ਤ੍ਰਿਪਤੀ ਨਹੀਂ ਹੁੰਦੀ। ਇਹਨੂੰ ਮਹਾਰਾਜ ਕਹਿੰਦੇ ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸ, ਸਰਫੈ ਸਰਫੈ ਸਦਾ ਸਦਾ ਐਵੇਂ ਗਈ। ਜਿਹੜੀ ਜ਼ਿੰਦਗੀ ਹੈ ਐਵੇਂ ਖਤਮ ਹੋ ਜਾਂਦੀ ਹੈ। ਕਾਹਦੇ ਵਿੱਚ? ਸਿਰਫ ਤੇ ਸਿਰਫ ਤ੍ਰਿਸ਼ਨਾ ਵਿੱਚ। ਮਨੁੱਖ ਆਪਣੀ ਜ਼ਿੰਦਗੀ ਵਿੱਚ ਇਹ ਸਮਝਦਾ ਹੈ ਜੋ ਕੁਝ ਮੇਰੇ ਕੋਲ ਨਹੀਂ ਹੈ ਤ੍ਰਿਪਤੀ ਉਹਦੇ ਵਿੱਚ ਹੈ, ਜੋ ਕੁਝ ਮੇਰੇ ਕੋਲ ਹੈ ਉਹਦੇ ਵਿੱਚ ਤੇ ਤ੍ਰਿਪਤੀ ਨਹੀਂ ਹੋਈ। ਪਰ ਇੱਕ ਗੱਲ ਯਾਦ ਰੱਖਣਾ, ਜੋ ਕੁਝ ਇਹਦੇ ਕੋਲ ਹੈ ਜਦੋਂ ਉਹ ਵੀ ਨਹੀਂ ਸੀ ਉਦੋਂ ਇਹ ਸੋਚਦਾ ਸੀ ਜੇ ਇਹ ਹੋ ਜਾਏ ਤੇ ਤ੍ਰਿਪਤੀ ਹੋ ਜਾਏਗੀ। ਕਮਾਲ ਦੀ ਗੱਲ ਤੇ ਇਹ, ਜਿਵੇਂ ਇੱਕ ਮਨੁੱਖ ਦੇ ਕੋਲ ਰਹਿਣ ਲਈ ਘਰ ਨਹੀਂ ਹੈ ਉਦੋਂ ਤਾਂ ਇਹ ਸੋਚਦਾ ਸੀ ਜੇ ਘਰ ਮਿਲ ਜਾਏ ਤ੍ਰਿਪਤੀ ਹੋ ਜਾਏਗੀ, ਉਹ ਤੇ ਮਿਲ ਗਿਆ ਹੈ, ਰੱਜਿਆ ਤੇ ਹਜੇ ਨਹੀਂ। ਕਿਉਂਕਿ ਇਹ ਮਨ ਦੇ ਵਿੱਚ ਕਿੰਨੀਆਂ ਆਸ਼ਾਵਾਂ ਨੇ। ਮਹਾਰਾਜ ਬਾਣੀ 'ਚ ਕਹਿੰਦੇ ਨੇ ਕੁਝ ਜਿਹੜੀਆਂ ਮੰਗਾਂ ਮਨੁੱਖ ਦੀਆਂ ਸਰੀਰਿਕ ਨੇ, ਕੁਝ ਸਮਾਜਿਕ ਨੇ, ਕੁਝ ਰਾਜਨੀਤਿਕ ਨੇ। ਔਰ ਮੰਗਾਂ ਪੈਦਾ ਕਿੱਥੋਂ ਹੁੰਦੀਆਂ ਨੇ? ਆਪਣੇ ਗਵਾਂਢ ਨੂੰ ਵੇਖ ਕੇ, ਆਪਣੇ ਆਸ ਪੜਾਸ ਵੇਖ ਕੇ। ਮਨੁੱਖ ਆਪਣੇ ਲਈ ਘੱਟ ਮੰਗਦਾ ਹੈ, ਜੋ ਕੁਝ ਇਹਦੇ ਨਾਲ ਦਿਆਂ ਕੋਲ ਹੈ ਉਹਨਾਂ ਨੂੰ ਵੇਖ ਕੇ ਜ਼ਿਆਦਾ ਮੰਗਦਾ ਹੈ, ਆਪਣੇ ਲਈ ਤੇ ਘੱਟ ਮੰਗਦਾ। ਇਹਦੀ ਇੰਨੀ ਜ਼ਰੂਰਤਾਂ ਨਹੀਂ ਹਨ। ਇਸ ਕਰਕੇ ਮਨੁੱਖ ਦੀਆਂ ਜ਼ਰੂਰਤਾਂ ਸੀਮਿਤ ਨੇ ਪਰ ਇੱਛਾਵਾਂ ਅਸੀਮਿਤ ਨੇ। ਇਹਨੂੰ ਮਹਾਰਾਜ ਕਹਿੰਦੇ ਜੇ ਜੁਗ ਚਾਹਰੇ ਆਰ ਜਾ, ਇੰਨੀ ਤੇ ਮਨੁੱਖ ਦੀ ਉਮਰ ਦੀ ਇੱਛਾ ਹੈ।
किन्नी उम्र होनी चाहिए कि भाव मरा ही कदे ना, इन्नी इन्नी इच्छा है। जे जुग चारे आर जा होर दसूनी होए, 4 युगां की पहला ही उम्र एक एक युग की उम्र करोड़ा साल गिनी है, तो 4 युगां जिन्नी उम्र हो जाए वह भी 10 गुणी हो जाए। होर दसूनी होए नवां खंडा में जानी है, ये हरेक मनुख की प्यास है। मैं जिथे भी जावां हरेक मनुख मैनू सत्कार नाल मिले, ये भी एक इच्छा है। जिथे भी जाके मैं बैठा हरेक मनुख ही मैनू खड़ा होकर नमस्कार करे। ਇਹਦੇ ਲਈ ਮਨੁੱਖ फिर दुनियावी तौर पर ਜਿਹੜੀਆਂ चीज़ों तो दुनिया प्रभावित होती है उन्होंने कमाना चाहता है। एक चीज़ तुसी वेखोगे अज की दुनिया दे विच राजनीति विच लोगों का इंटरस्ट ज़्यादा है। क्यों? क्योंकि लोग राजनीति तो प्रभावित ने, इस करके हरेक मनुख ही हुण राजनेता बनना चाहता है। क्यों? राजनेता नूं सरकार ज़्यादा मिलता है। हुण मनुख सोचता मैं राजनेता बन जावांगा, जिथे भी जावांगा लोग सत्कार करनगे। नवां खंडां विच जानी है, नाल चले सब कोए, सारी दुनिया नाल नाल चले। चंगा नाव रखाए कै जस कीरत जग ले, जे तिस नज़र ना आवई तां बात ना पुछेगी। इन्ना कुछ हुंदियां भी जे किते परमात्मा की नज़र तेरे ते ना पई, हे जीव आत्मा सारी उम्र फिर रुलदी रहेंगी, बार बार आउंदी रहेंगी, जाती रहेंगी, आउंदी रहेंगी, ये काम चलता रहेगा। ये प्रसंग ना टूटे, ये प्रसंग दोबारा दोबारा चलता रहेगा। जीवन भी चलेगा, मरण भी चलेगा। महाराज बाणी दे विच कहंदे ने, पर मनुख की एक सब तो वड्डी कमजोरी ये है, जो कुछ नहीं होना, जो कुछ सच नहीं है उहदे नाल इहदा प्रेम है, जो कुछ सच है उहनूं ये जानदा ही नहीं। इनू सुखमणी साहिब च महाराज ने कहा, काल ना आवे मूड़े चीत। मनुख दा चित्त किथे लगे है दुनिया दे विच, पर इनू मौत ते चेते नहीं आउंदी। काल ना आवे मूड़े चीत, जिसनू काल चेते नहीं आएगा, याद रखना अकाल भी उन्होंने चेते नहीं आउंदा। जिसनू काल चेते है, जिसनू मौत चेते है, उसनू रब भी चेते है। जिसनू काल चेते नहीं उन्होंने अकाल भी चेते नहीं। महाराज बाणी च कहते जो बहराई तां स्यो प्रीत, काल ना आवे मूढ़े चीत। इस मूर्ख मनुख नूं काल चेते नहीं आउंदा। जदों तक काल चेते नहीं है, दुनिया दे विचों उदासी पैदा नहीं होएगी, विराग पैदा नहीं होएगा। जदों तक विराग पैदा नहीं होएगा उदों तक ज्ञान भी नहीं आएगा, समझ नहीं आएगी। विराग कित्थों पैदा हुंदा है? विराग पैदा हुंदा है उदासी दे विचों, उदासन चों। हजे तई ते मनुख का जिहड़ा मन है, मनुख के जिहड़े ज्ञान इंद्रे, कर्म इंद्रे ने, ये दुनिया दे विच इन्ने खचित हो गए ने, इनू समझ आनी हुई बंद हो गई है। सच्चाई की है पता नहीं है। इस करके महाराज कहते ने, गुर प्रसाद आपन आप सुझै, तिसकी जानो तृष्णा बुझै। इनू बुझै नहीं कहना, बुझै। ओदी समझ लो तृष्णा बुझ जाती है। कि जिसनों अपना आप समझ आ जाता है, जिसनों आत्मा की समझ लग जाती है, जिसनों ये पता लग जाता है मेरिया जरूरतां सीमित ने, इच्छावां असीमित ने। और एक किनू पता लगेगा? जिन्हों आत्मा बारे पता लग गया, जिसनों ये पता लग गया मैं शरीर नहीं हाँ, शरीर तो अपनी मंजिल वाल जा रहे हैं। जिवें असीं वेखदे हां मनुख शरीर नहीं है। आपां बचपन दे विच वेख्या ये शरीर किड्डा सी, अज वेख रहे हैं असीं शरीर नहीं, असीं ते वेखण वाले हैं। जिन्हें बचपन च भी शरीर नूं वेख्या, जवानी विच भी वेख्या, हुण बुढ़ेपे विच भी वेख रहे हैं। ये जो वेखण वाला है ना, वो हाँ असीं चेतन दा शरीर नहीं है। क्योंकि असीं वेख रहे हैं मेरा शरीर बजुर्ग हो रहा, असीं एवें कहने आ, ਇਹਦਾ मतलब शरीर अलग है, असीं अलग हाँ। मेरा शरीर बजुर्ग हो गया, शरीर नहीं है, शरीर अलग है। शरीर अपनी मंजिल पर चल रहा है, इनू रोकण की लोड़ नहीं, ना ही रुकेगा। शरीर नू रोकण की लोड़ नहीं है, रुक भी नहीं सकता। इन्हें अपनी मंजिल पर पहुँचना है। कि यदी मंजिल ये जिथों बने उत्थे इन्हें चले जाना है। 5 तत्त्यां तो बने, 5 तत्तां दे विच इन्हें मिल जाना है, यही यदी मंजिल है।
ਇਹ ਆਪਣੀ ਮੰਜ਼ਿਲ ਵਿੱਚ ਛੇਤੀ ਹੀ ਮਿਲ ਜਾਏਗਾ। ਜਿਹੜੀ ਅੰਦਰ ਆਤਮਾ ਹੈ, ਜੀਵ ਆਤਮਾ, ਉਹਦੀ ਮੰਜ਼ਿਲ ਪਰਮਾਤਮਾ ਤੋਂ ਵਿਛੜੀ ਹੋਈ ਹੈ, ਪਰਮਾਤਮਾ ਦੇ ਨਾਲ ਮਿਲ ਜਾਣਾ ਹੈ। ਹੁਣ ਆਤਮਾ ਆਪਣੀ ਮੰਜ਼ਿਲ ਵੱਲ ਚੱਲਦੀ ਹੈ ਕਿ ਨਹੀਂ ਚੱਲਦੀ, ਇਹ ਵੇਖਣਾ ਹੈ। ਮਨੁੱਖ ਦੀ ਜਿਹੜੀ ਚੇਤਨਤਾ ਹੈ ਅੰਦਰ, ਉਹ ਪਰਮੇਸ਼ਰ ਵੱਲ ਤੁਰੀ ਹੈ ਕਿ ਨਹੀਂ ਤੁਰੀ, ਮਨੁੱਖ ਦੀ ਸੁਰਤ ਪਰਮੇਸ਼ਰ ਵੱਲ ਤੁਰੀ ਹੈ ਕਿ ਨਹੀਂ ਤੁਰੀ, ਇਹ ਪਤਾ ਕਰੇਗਾ ਮਨੁੱਖ ਅਗਲੇ ਜਨਮ ਵਿੱਚ ਕਿੱਥੇ ਜਾਣ ਵਾਲਾ ਹੈ, ਇਹ ਦੱਸੇਗਾ। ਇਹ ਚਾਹ ਭਾਵੇਂ ਸ਼ੁਰੂ ਦੇ ਵਿੱਚ ਇਹ ਚੀਜ਼ਾਂ ਬੜੀਆਂ ਵੱਡੀਆਂ ਲੱਗਦੀਆਂ ਨੇ, ਜਿਵੇਂ ਜਿਵੇਂ ਮਨੁੱਖ ਬੰਦਗੀ ਵੱਲ ਨੂੰ ਚੱਲਦਾ ਹੈ, ਜਿਵੇਂ ਜਿਵੇਂ ਪਰਮੇਸ਼ਰ ਦੀ ਸਿਫਤ ਸੁਣਦਾ ਹੈ, ਸਤ ਸੰਗਤ ਵਿੱਚ ਆਉਂਦਾ, ਮਹਾਰਾਜ ਬਾਣੀ 'ਚ ਕਹਿੰਦੇ ਨੇ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਡੈ, ਜਾ ਕੇ ਮਸਤਕ ਕਰਮ ਪ੍ਰਭ ਪਾਏ। ਜਿਹਦੇ ਮਸਤਕ ਤੇ ਪਰਮਾਤਮਾ ਨੇ ਕਰਮ ਪਾਏ ਨੇ। ਹੁਣ ਮਸਤਕ ਦੇ ਕਰਮ ਕੀ ਨੇ? ਇਹ ਜਿਹੜੀਆਂ ਅੱਖਾਂ ਨੇ ਨਾ ਦੋ ਸਾਡੀਆਂ, ਘੱਟੋ ਘੱਟ 90% ਮਨੁੱਖ ਦੀ ਚੇਤਨਤਾ ਅੱਖਾਂ ਥਾਣੀ ਬਾਹਰ ਜਾਂਦੀ ਹੈ, ਜ਼ਿਆਦਾ 90%, 80 ਦੇ ਕਰੀਬ ਤੇ ਜਾਂਦੀ ਹੈ। ਹੁਣ ਜਿਹੜੀਆਂ ਇਹ ਅੱਖਾਂ ਨੇ ਹਜੇ ਬਾਹਰ ਵੇਖਣ ਲਈ ਹਮੇਸ਼ਾ ਉਤਸੁਕ ਰਹਿੰਦੀਆਂ ਨੇ। ਇਹ ਜਿਹੜੀ ਅੱਖਾਂ ਦੀ ਚੇਤਨਤਾ ਹੈ, ਜਿੱਦਣ ਮੱਥੇ ਤੇ ਆ ਜਾਂਦੀ ਹੈ, ਸੁਰਤ ਬਣ ਜਾਂਦੀ ਹੈ, ਮੱਥੇ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ, ਜਿੱਦਣ ਇਹ ਹੀ ਚੇਤਨਤਾ, ਉਹ ਦਿਨ ਇਹ ਸਮਝ ਲਓ ਇਹਦੇ ਮਸਤਕ ਤੇ ਕਰਮ, ਭਾਵ ਇਹਦੀ ਸਮਝ ਵੱਧ ਜਾਏ। ਜਿਸ ਦਿਨ ਮਨੁੱਖ ਦੀ ਸਮਝ ਵਧਣੀ ਸ਼ੁਰੂ ਹੋ ਗਈ, ਇਹ ਸਮਝ ਲੈਣਾ ਚਾਹੀਦਾ ਇਹਦੇ ਮਸਤਕ ਤੇ ਕਰਮ ਪਰਮਾਤਮਾ ਨੇ ਪਾ ਦਿੱਤਾ ਹੈ। ਜਿਸ ਦਿਨ ਮਨੁੱਖ ਨੂੰ ਇਹ ਪਤਾ ਲੱਗ ਗਿਆ ਮੇਰੀ ਜ਼ਿੰਦਗੀ ਦੀ ਸਭ ਤੋਂ ਮੁੱਲਿਆਵਾਨ ਚੀਜ਼ ਕੀ ਹੈ, ਉਹ ਸਤ ਸੰਗਤ ਹੈ, ਇਹ ਸਮਝ ਲਓ ਇਹਦੇ ਮਸਤਕ ਤੇ ਕਰਮ ਪੈ ਗਿਆ ਹੈ, ਇਹਦੇ ਤੇ ਕਿਰਪਾ ਹੋ ਗਈ ਹੈ। ਜਾ ਕੇ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ। ਉਹ ਫਿਰ ਸਤ ਸੰਗਤ ਵਿੱਚ ਆਉਂਦਾ ਹੈ, ਹਰੇਕ ਕੋਈ ਨਹੀਂ ਆਉਂਦਾ। ਜਿਹਦੇ ਹਦੇ ਤੇ ਕਰਮ ਹੀ ਨਹੀਂ ਪਿਆ ਮਸਤਕ ਦੇ ਵਿੱਚ, ਇੰਨੀ ਸਮਝ ਹੀ ਜਿਹਨੂੰ ਨਹੀਂ ਆਈ, ਸਮਝ ਦਾ ਮਾਲਕ ਹੀ ਨਹੀਂ ਬਣਿਆ, ਸਤ ਸੰਗਤ ਕੀ ਚੀਜ਼ ਹੁੰਦੀ ਹੈ, ਸਤ ਸੰਗਤ ਵਿੱਚ ਗੁਣ ਕਿਹੜੇ ਕਿਹੜੇ ਹੁੰਦੇ ਨੇ, ਉਹ ਜ਼ਿੰਦਗੀ ਦੇ ਵਿੱਚ ਸਤ ਸੰਗਤ ਨਹੀਂ ਕਰੇਗਾ, ਔਰ ਉਹਦੀ ਜ਼ਿੰਦਗੀ ਵਿਅਰਥ ਹੀ ਚਲੀ ਜਾਏਗੀ। ਜਿਵੇਂ ਇੱਕ ਪਸ਼ੂ ਦੀ ਜ਼ਿੰਦਗੀ ਹੈ, ਪਸ਼ੂ ਨੂੰ ਸਿਰਫ ਇੰਨਾ ਪਤਾ ਹੈ ਖਾਣਾ ਪੀਣਾ ਤੇ ਸੌਣਾ ਹੈ, ਬਸ ਆਪਣੇ ਬੱਚੇ ਪਾਲਣੇ, ਇਸ ਤੋਂ ਬਾਹਰ ਉਹ ਨਹੀਂ ਜਾਣਦਾ। ਇੱਕ ਮਨੁੱਖ ਜਾਣ ਸਕਦਾ ਹੈ, ਪਰਮਾਤਮਾ ਨੇ ਐਸੀ ਸ਼ਮਤਾ ਇਹਨੂੰ ਦਿੱਤੀ ਹੋਈ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਸਾਧ ਸੰਗਤ ਦੇਖੋ ਕਿੱਡੀ ਵੱਡੀ ਗੱਲ ਹੈ, ਸਰਬ ਰੋਗ। ਮੈਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ, ਸਾਧ ਸੰਗਤ ਦੁਨੀਆ ਦੇ ਵਿੱਚ ਜਿੰਨੇ ਵੀ ਰੋਗ ਨੇ, ਸਾਰੇ ਰੋਗ ਲੱਗਣ ਦਾ ਕਾਰਨ ਵੀ ਇੱਕ ਹੈ, ਔਰ ਜਿੰਨੇ ਰੋਗ ਠੀਕ ਹੋਣਗੇ, ਠੀਕ ਹੋਣ ਦੀ ਦਵਾਈ ਵੀ ਇੱਕ ਹੈ। ਰੋਗ ਲੱਗਣ ਦਾ ਕਾਰਨ ਵੀ ਇੱਕ ਹੈ ਤੇ ਰੋਗ ਠੀਕ ਹੋਣ ਦੀ ਦਵਾਈ ਵੀ ਇੱਕੋ ਹੀ ਹੈ, ਵੱਖ-ਵੱਖ ਦਵਾਈਆਂ ਨਹੀਂ ਹਨ, ਦਵਾਈ ਇੱਕੋ ਹੀ ਹੈ। ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ, ਦੋਵੇਂ ਚੀਜ਼ਾਂ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਪਹਿਲੀ ਗੱਲ, ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ। ਜਿਹਨੂੰ ਵੀ ਕੋਈ ਰੋਗ ਹੈ, ਭਾਵੇਂ ਸਮਾਜਿਕ ਹੈ ਭਾਵੇਂ ਸਰੀਰਿਕ ਹੈ, ਇੱਕ ਗੱਲ ਤੇ ਯਾਦ ਹੈ, ਉਹਨੂੰ ਪਰਮੇਸ਼ਰ ਭੁੱਲਿਆ ਹੋਇਆ ਤਾਂ ਹੀ ਰੋਗ ਲੱਗਿਆ। ਸੱਚਾਈ ਤੇ ਇਹ ਹੈ, ਬਾਣੀ ਕਹਿੰਦੀ ਹੈ, ਕਿਉਂਕਿ ਬਾਣੀ ਦੇ ਵਚਨ ਅਟਲ ਨੇ, ਕੋਈ ਇਹਨੂੰ ਝੂਠਾ ਨਹੀਂ ਪਾ ਸਕਦਾ। ਆਦਿ ਕਾਲ ਸੱਚ ਨੇ, ਮੰਨੇ ਭਾਵੇਂ ਕੋਈ ਨਾ ਮੰਨੇ। ਬੜੀ ਵਾਰੀ ਇਹ ਉਦਾਹਰਣ ਦਿੰਦਾ ਸਾਧ ਸੰਗਤ, ਜਿਵੇਂ ਬਿੱਲੀ ਨੂੰ ਵੇਖ ਕੇ ਕਬੂਤਰ ਅੱਖਾਂ ਬੰਦ ਕਰ ਲੈਂਦੇ ਨੇ, ਪਰ ਬਿੱਲੀ ਉਹਨੂੰ ਛੱਡਦੀ ਨਹੀਂ ਹੈ। ਗੁਰੂ ਦੀ ਗੱਲ ਨੂੰ ਸੁਣ ਕੇ ਮਨੁੱਖ ਕੰਨ ਬੰਦ ਕਰ ਲਏਗਾ, ਇਹਦਾ ਮਤਲਬ ਇਹ ਨਹੀਂ ਜਿਹੜੇ ਗੁਰੂ ਦੇ ਬਚਨ ਇਹਨੂੰ ਦੱਸ ਰਹੇ ਸਨ ਵੀ ਇਹ ਤੇਰੀ ਜ਼ਿੰਦਗੀ ਮਾੜੀ ਹੋ ਜਾਏਗੀ, ਜੋ ਇਸ ਨੂੰ ਸਜ਼ਾ ਮਿਲਣੀ ਹੈ ਉਹ ਮਿਲੇਗੀ। ਹਾਂ, ਜੇ ਕਿਤੇ ਬਚਨ ਸੁਣ ਲਏਗਾ ਫਿਰ ਉਹ ਸਜ਼ਾ ਕੱਟੀ ਜਾਂਦੀ ਹੈ। ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ। ਸਾਰੇ ਰੋਗ ਜਦੋਂ ਵਿਆਪਦੇ ਨੇ, ਕਦੋਂ? ਜਦੋਂ ਮਨੁੱਖ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਜਿਵੇਂ ਪਰਮਾਤਮਾ ਨੂੰ ਭੁੱਲੇਗਾ, ਇਹਦੇ ਵਿੱਚ ਆਲਸ ਆ ਜਾਏਗਾ, ਆਲਸੀ ਹੋ ਜਾਏਗਾ ਮਨੁੱਖ। ਕਿਉਂਕਿ ਜਦੋਂ ਹੀ ਮਹਾਰਾਜ ਕਹਿੰਦੇ ਨੇ ਸੁੱਖ ਤੋਂ ਰੋਗ ਉੱਠਦੇ ਨੇ, ਜਿਵੇਂ ਜਿਵੇਂ ਉਹ ਰੋਗ ਉੱਠਦੇ ਰਹਿੰਦੇ ਨੇ, ਜਿਵੇਂ ਮਨੁੱਖ ਦੇ ਵਿੱਚ ਸੁੱਖ ਹੁੰਦਾ ਹੈ, ਪਹਿਲਾਂ ਮਨੁੱਖ ਪਰਮਾਤਮਾ ਅੱਗੇ ਬੇਨਤੀਆਂ ਕਰਦਾ, ਮੈਨੂੰ ਪਦਾਰਥ ਦੇ ਦੇ।
ਜਦੋਂ ਪਦਾਰਥ ਮਿਲ ਜਾਂਦੇ ਨੇ, ਜਿਵੇਂ ਮਨੁੱਖ ਨੂੰ ਬਾਹਰੋਂ ਪਦਾਰਥ ਮਿਲਦੇ ਨੇ, ਪਦਾਰਥ ਮਿਲਣ ਦੇ ਨਾਲ ਹੀ ਇਹਦੇ ਕੋਲ ਸਤ ਸੰਗਤ ਜਾਂਦੀ ਰਹਿੰਦੀ ਹੈ। ਸਵੇਰੇ ਕੋਈ ਉੱਠ ਕੇ ਭਜਨ ਬੰਦਗੀ ਕਰਦਾ ਸੀ, ਉਹ ਵੀ ਜਾਂਦਾ ਰਹਿੰਦਾ। ਕਿਉਂ? ਗਰਮੀਆਂ ਦਾ ਟਾਈਮ ਹੋਏ, ਏਸੀ ਚੱਲਦਾ ਰਹਿੰਦਾ, ਉੱਠਣ ਨੂੰ ਦਿਲ ਹੀ ਨਹੀਂ ਕਰਦਾ, ਪੈਸਾ ਵਾਧੂ ਹੋਏ, ਚੱਲਦਾ ਰਹਿੰਦਾ। ਹੁਣ ਜਿਵੇਂ ਉਹ ਆਲਸ ਹੈ, ਆਲਸ ਆਇਆ, ਆਲਸ ਨੇ ਮੱਤ ਖਰਾਬ ਕਰ ਦਿੱਤੀ। ਜਿਵੇਂ ਹੀ ਮੱਤ ਨੂੰ ਸਮਝ ਖਰਾਬ ਹੋਈ, ਫਿਰ ਇਹ ਖਾਣੇ ਦੀ ਵੀ ਪਰਵਾਹ ਨਹੀਂ ਕਰੇਗਾ, ਕੀ ਖਾਣਾ ਹੈ, ਕਦੋਂ ਖਾਣਾ ਹੈ, ਕਿੰਨਾ ਖਾਣਾ ਹੈ, ਇਹ ਵੀ ਛੱਡ ਦੇਗਾ। ਫਿਰ ਉਹ ਜਿਹੜਾ ਖਾਣਾ ਹੈ, ਵੇਖੋ ਗੱਲ ਕਿੱਥੋਂ ਚੱਲੀ ਹੈ, ਉੱਥੇ ਉਹ ਜਿਹੜਾ ਖਾਣਾ ਹੈ, ਉਰਾਂ ਪਰਾਂ ਦਾ ਖਾਣਾ, ਬਿਨਾਂ ਵਿਚਾਰ ਤੋਂ ਖਾਣਾ, ਉਹ ਖਾਣਾ ਫਿਰ ਇਹਦੇ ਸਰੀਰ ਨੂੰ ਖਰਾਬ ਕਰ ਦਿੰਦਾ। ਇਸ ਕਰਕੇ ਜਿਹੜੇ ਸਤ ਸੰਗੀ ਹੁੰਦੇ ਨੇ, ਉਹ ਆਪਣੇ ਖਾਣ ਦੀ ਵੀ ਵਿਚਾਰ ਕਰਦੇ ਨੇ, ਕਿੱਥੋਂ ਖਾ ਰਹੇ ਆ, ਕਿਸ ਦੀ ਕਮਾਈ ਚੋਂ ਖਾ ਰਹੇ ਆ, ਕਿਹਦੇ ਘਰੋਂ ਖਾ ਰਹੇ ਆ, ਇਹ ਵੀ ਵਿਚਾਰ ਕਰਦੇ ਨੇ। ਸੱਚਾਈ ਇਹ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਮੈਂ ਆਪ ਜੀ ਦੇ ਸਾਹਮਣੇ ਸਾਖੀ ਰੱਖਦੇ ਹਾਂ, ਮਹਾਰਾਜ ਜੀ ਨੂੰ ਮਲਕ ਭਾਗੋ ਸੱਜਣ ਆਇਆ, ਮੇਰੇ ਘਰ ਚਲੋ, ਚੱਲ ਕੇ ਲੰਗਰ ਛਕੋ। ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਨਹੀਂ ਛਕਣਾ। ਕਿਉਂ? ਇਹਦੇ ਵਿੱਚ ਕਾਰਨ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਨੂੰ ਮਲਕ ਭਾਗੋ ਫਿਰ ਕਹਿੰਦਾ ਮੇਰੇ ਘਰੋਂ ਰੋਟੀ ਛਕੋ, ਮਹਾਰਾਜ ਕਹਿੰਦੇ ਅਸੀਂ ਨਹੀਂ ਛਕਣੀ। ਕਾਰਨ ਕੀ ਹੈ? ਸੱਚੇ ਪਾਤਸ਼ਾਹ ਕਹਿੰਦੇ ਨੇ ਕਾਰਨ ਇਹ ਹੈ, ਤੇਰੀ ਰੋਟੀ ਦੇ ਵਿੱਚ ਬੇਹੱਕੀ ਬਦਬੂ ਸਾਨੂੰ ਆਉਂਦੀ ਹੈ। ਤੇਰੀ ਰੋਟੀ ਦੇ ਵਿੱਚ ਹਜ਼ਾਰਾਂ ਐਸੇ ਲੋਕ ਨੇ ਜਿਨ੍ਹਾਂ ਦਾ ਹੱਕ ਮਾਰ ਕੇ ਤੂੰ ਆਪਣੇ ਘਰ ਵਿੱਚ ਰੱਖਿਆ, ਅਸੀਂ ਤੇਰੇ ਘਰ ਰੋਟੀ ਨਹੀਂ ਖਾਣੀ। ਕਿਉਂ? ਤੂੰ ਤੇ ਪਾਪਾਂ ਦਾ ਭਾਗੀ ਹੈ, ਤੇਰੇ ਘਰੋਂ ਇਹ ਅੰਨ ਅਸੀਂ ਖਾਵਾਂਗੇ, ਸਾਡੇ ਮਨ ਨੂੰ ਵੀ ਇਹ ਵਿਚਲਿਤ ਕਰੇਗਾ। ਸਾਧ ਸੰਗਤ, ਜੈਸਾ ਮਨੁੱਖ ਅੰਨ ਖਾਂਦਾ ਹੈ, ਉਹੋ ਜਿਹਾ ਹੀ ਮਨ ਹੋ ਜਾਂਦਾ ਹੈ। ਜੈਸਿਆਂ ਹੱਥਾਂ ਵਿੱਚੋਂ ਖਾਂਦਾ ਹੈ, ਉਹੋ ਜਿਹਾ ਮਨ ਹੋਣਾ ਸ਼ੁਰੂ ਹੋ ਜਾਂਦਾ ਹੈ। ਤਾਂ ਹੀ ਕਰਕੇ ਗੁਰੂ ਨਾਨਕ ਸਾਹਿਬ ਇਹ ਦ੍ਰਿਸ਼ਟਾਂਤ ਦਿੰਦੇ ਨੇ, ਜਿਹੜੇ ਮਨੁੱਖ ਬੇਹੱਕੀ ਰੋਟੀ ਖਾਂਦੇ ਨੇ, ਮਨ ਵੈਸੇ ਹੀ ਖਰਾਬ ਹੋਇਆ ਹੁੰਦਾ ਹੈ। ਉਹਨੇ ਤੇ ਮਾੜੇ ਕਰਮ ਕੀਤੇ ਹੀ ਨੇ, ਉਹਦੇ ਨਾਲ ਲੱਗ ਕੇ, ਉਹ ਮਹਾਰਾਜ ਬਾਣੀ 'ਚ ਕਹਿੰਦੇ ਨੇ, ਉਹਦੇ ਨਾਲ ਲੱਗੇਗਾ, ਉਹਨੂੰ ਵੀ ਲੱਛਣ ਲੱਗ ਜਾਏਗਾ। ਇਸ ਕਰਕੇ ਗੱਲ ਇਹ ਹੈ, ਜਿਹੜੇ ਰੋਗ ਪੈਦਾ ਹੁੰਦੇ ਨੇ, ਜਦੋਂ ਰੋਗ ਪੈਦਾ ਹੁੰਦੇ ਨੇ, ਮਨੁੱਖ ਇਹ ਵਿਚਾਰ ਹੀ ਨਹੀਂ ਕਰਦਾ ਮੈਂ ਜੋ ਕੁਝ ਖਾ ਰਿਹਾ ਹਾਂ, ਕਿਹਦੇ ਕੋਲੋਂ ਖਾ ਰਿਹਾ ਹਾਂ, ਔਰ ਕੀ ਖਾ ਰਹੇ ਹਾਂ, ਕਦੋਂ ਖਾ ਰਹੇ ਹਾਂ। ਇਹਦੇ ਨਾਲ ਫਿਰ ਮਨੁੱਖ ਦਾ ਸਰੀਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਇੱਥੋਂ ਹੀ ਸਰੀਰ ਦੀ ਖਰਾਬੀ ਸ਼ੁਰੂ ਹੁੰਦੀ ਹੈ। ਸ਼ੁਰੂ ਕਿੱਥੋਂ ਹੋਇਆ? ਜਦੋਂ ਮਨੁੱਖ ਪਰਮੇਸ਼ਰ ਨੂੰ ਭੁੱਲ ਗਿਆ, ਭਾਵ ਆਤਮ ਨੂੰ ਭੁੱਲ ਗਿਆ। ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ, ਉਹਦਾ ਭੁੱਲਣਾ ਹੀ ਰੋਗ ਹੈ। ਉਹ ਤੋਂ ਵੱਡਾ ਰੋਗ ਦੁਨੀਆ ਤੇ ਨਹੀਂ। ਜਿਵੇਂ ਜਿਵੇਂ ਮਨੁੱਖ ਪਰਮੇਸ਼ਰ ਨੂੰ ਫਿਰ ਇਹ ਕਹਿੰਦਾ ਹੈ, ਹੇ ਪਰਮੇਸ਼ਰ ਤੂੰ ਮੈਨੂੰ ਦੁੱਖ ਦਿੱਤੇ ਨੇ, ਉਹ ਦੁੱਖ ਨਹੀਂ ਦਿੰਦਾ। ਉਹਦਾ ਸੁਭਾਅ ਦੁੱਖ ਦੇਣਾ ਨਹੀਂ ਹੈ। ਉਹ ਕਿਉਂ ਦੁੱਖ ਦੇਗਾ ਕਿਸੇ ਨੂੰ? ਉਹਦਾ ਐਸਾ ਕੰਮ ਨਹੀਂ ਹੈ ਦੁੱਖ ਦੇਣਾ ਕਿਸੇ ਨੂੰ। ਜੋ ਪਰਮੇਸ਼ਰ ਨੇ ਹੁਕਮ ਬਣਾਇਆ ਹੈ, ਜਿਸ ਦਿਨ ਪਹਿਲੇ ਦਿਨ ਜੀਵ ਪੈਦਾ ਹੋਇਆ ਸੀ, ਜੀਵ ਦੇ ਪੈਦਾ ਹੋਣ ਦੇ ਨਾਲ ਹੀ ਉਹਨੇ ਹੁਕਮ ਬਣਾ ਦਿੱਤਾ ਸੀ। ਹੁਣ ਉਸ ਹੁਕਮ ਦੀ ਮਾਰ ਤੋਂ ਮਨੁੱਖ ਨਹੀਂ ਬਚ ਸਕਦਾ। ਜੇ ਜਿਵੇਂ ਕਰੇਗਾ ਉਹੋ ਜਿਹਾ ਨੂੰ ਭੁਗਤਣਾ ਪੈਣਾ ਹੈ। ਹੁਣ ਮਹਾਰਾਜ ਇਲਾਜ ਦੱਸਦੇ ਨੇ। ਪਹਿਲੀ ਤੇ ਗੱਲ ਇਹ ਹੈ, ਪਰਮਾਤਮਾ ਦਾ ਭੁੱਲ ਜਾਣਾ ਹੀ ਰੋਗ ਹੈ। ਪਰਮਾਤਮਾ ਦਾ ਆ ਜਾਣਾ ਹੀ, ਪਰਮਾਤਮਾ ਦਾ ਯਾਦ ਆਉਣਾ ਹੀ ਦਵਾਈ ਹੈ। ਸਰਬ ਰੋਗ ਕਾ ਔਖਦ ਨਾਮ। ਉਹਦਾ ਯਾਦ ਆ ਜਾਣਾ ਹੀ ਦਵਾਈ ਹੈ। ਉਹਦਾ ਭੁੱਲ ਜਾਣਾ ਰੋਗ ਹੈ, ਉਹਦਾ ਯਾਦ ਆ ਜਾਣਾ ਦਵਾਈ ਹੈ। ਜਿਵੇਂ ਜਿਵੇਂ ਉਹ ਯਾਦ ਆਉਂਦਾ ਰਹਿੰਦਾ ਹੈ, ਮਨੁੱਖ ਦੇ ਸਰੀਰਿਕ, ਮਾਨਸਿਕ ਤੇ ਆਰਥਿਕ ਘਰ ਦੇ ਵਿੱਚ ਮੁਸ਼ਕਲਾਂ ਨੇ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸਰਬ ਰੋਗ, ਜਿੰਨੇ ਵੀ ਰੋਗ ਨੇ, ਸਾਰੇ ਰੋਗਾਂ ਦੀ ਦਵਾਈ ਪਰਮਾਤਮਾ ਦਾ ਨਾਮ ਹੈ। ਉਸ ਤੋਂ ਵੱਡੀ ਦਵਾਈ ਨਾ ਦੁਨੀਆ ਤੇ ਹੈ, ਨਾ ਬਣੇਗੀ। ਜਿਵੇਂ ਜਿਵੇਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਉਵੇਂ ਉਵੇਂ ਹਿੱਲਾ ਵਸੀਲਾ ਬਣਾ ਕੇ ਕਈ ਵਾਰੀ ਥੋੜੀ ਜਿਹੀ ਦਵਾਈ ਤੋਂ ਹੀ ਆਰਾਮ ਇਹਨੂੰ ਆ ਜਾਂਦਾ ਹੈ, ਥੋੜੀ ਜਿਹੀ ਦਵਾਈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਜਿਹੜੇ ਮਨੁੱਖ ਸਤ ਸੰਗਤ ਵਿੱਚ ਆ ਕੇ ਪਰਮਾਤਮਾ ਦੀ ਬੰਦਗੀ ਦੀ ਗਾਥਾ ਸੁਣਦੇ ਨੇ, ਉਹਦੇ ਨਾਮ ਵਿੱਚ ਜੁੜਦੇ ਨੇ, ਇੱਕ ਦਿਨ ਸਾਰੇ ਰੋਗ ਉਹਨਾਂ ਦੇ ਦੂਰ ਹੋ ਜਾਂਦੇ ਨੇ। ਅੱਗੇ ਮਹਾਰਾਜ ਕਹਿੰਦੇ ਨੇ, ਅਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਹਿਸਥ ਮੈਂ ਸੋਈ ਨਿਰਵਾਣ। ਇੱਕ ਹੋਰ ਗੱਲ ਹੈ, ਹੁਣ ਮਨੁੱਖ ਸੋਚਦਾ ਮੈਂ ਗ੍ਰਹਿਸਥੀ ਵਿੱਚ ਰਹਿਣਾ, ਤੇ ਗ੍ਰਹਿਸਥੀ ਵਿੱਚ ਰਹਿ ਕੇ ਮੇਰਾ ਪਤਾ ਨਹੀਂ ਕਿਵੇਂ ਭਲਾ ਹੋਏਗਾ। ਕਿਉਂਕਿ ਲੋਕੀ ਤੇ ਇਹ ਸੋਚਦੇ ਨੇ ਮੁਕਤੀ ਤੇ ਉਹਨੂੰ ਹੀ ਮਿਲੇਗੀ ਜਿਹੜਾ ਗ੍ਰਹਿਸਥੀ ਛੱਡ ਕੇ ਜਾਏਗਾ। ਮਹਾਰਾਜ ਐਸਾ ਨਹੀਂ ਹੈ।
ਗ੍ਰਸਤ ਮੈਂ ਸੋਈ ਨਿਰਵਾਣ। ਗ੍ਰਸਤੀ ਵਿੱਚ ਰਹਿੰਦਿਆਂ ਉਹਨੂੰ ਨਿਰਵਾਣ ਦਾ ਮਤਲਬ ਹੁੰਦਾ ਮੁਕਤੀ ਮਿਲ ਜਾਏਗੀ। ਕਿਹਨੂੰ ਮਿਲ ਜਾਏਗੀ? ਅਨ ਦਿਨ ਕੀਰਤਨ ਕੇਵਲ ਬਖਿਆਨ। ਜਿਹੜਾ ਦਿਨ ਰਾਤ ਸਿਰਫ ਤੇ ਸਿਰਫ ਪਰਮਾਤਮਾ ਦੀ ਸਿਫਤ ਵਿੱਚ ਜੁੜਿਆ ਹੋਇਆ ਹੈ, ਕਿਤੇ ਵੀ ਵਹਿੰਦਾ ਹੈ ਸਿਰਫ ਪਰਮਾਤਮਾ ਦੀ ਗੱਲ, ਉਹ ਮਨੁੱਖ ਮੁਕਤੀ ਦਾ ਹੱਕਦਾਰ ਬਣ ਜਾਂਦਾ ਹੈ। ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਮੁਕਤੀ ਦਾ ਮਤਲਬ ਇਹ ਹੁੰਦਾ ਸਾਧ ਸੰਗਤ, ਆਪਣੇ ਮਨ ਦੇ ਅੰਦਰ ਜਿਹੜੇ ਵਿਚਾਰ ਚੱਲ ਰਹੇ ਨੇ ਉਹਨਾਂ ਵਿਚਾਰਾਂ ਤੋਂ ਮੁਕਤੀ, ਮੋਹ ਤੋਂ ਮੁਕਤੀ, ਲੋਭ ਤੋਂ ਮੁਕਤੀ, ਕ੍ਰੋਧ ਤੋਂ ਮੁਕਤੀ। ਕਿਉਂਕਿ ਇਹ ਜਿਹੜੇ ਵਿਕਾਰ ਨੇ, ਇਹ ਜਿਹੜੀਆਂ ਵਾਸ਼ਨਾਵਾਂ ਨੇ, ਇਹ ਹੀ ਮਨੁੱਖ ਨੂੰ ਜਨਮ ਦਿਵਾਉਂਦੀਆਂ ਨੇ। ਜੇ ਵਾਸ਼ਨਾਵਾਂ ਹੀ ਖਤਮ ਹੋ ਜਾਣਗੀਆਂ, ਮੁਕਤੀ ਮੁਕਤੀ ਹੈ। ਦੁਬਾਰਾ ਜਨਮ ਮਿਲਣਾ ਹੈ, ਇਸੇ ਵਾਸ਼ਨਾ ਕਰਕੇ ਮਿਲਣਾ। ਅੰਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਵਾਣ। एक ऊपर जिस जन की आशा, तिसकी कटिए जम की फस। जिस मनुख दी एक परमात्मा दे उत्ते आस वज जाती है, सिर्फ एक परमात्मा नूं ही अपना सब कुछ समझदा है। जिन्होंने बाणी दे विच महाराज कहंदे ने, कहंदे हे परमात्मा असी ते अंधे हाँ, सुन अंधा कैसे मार्ग पावे, कर गह लिहो ओढ़ नहीं बहावे। हे परमात्मा मैं ते अंधा हाँ, मैनू अंधे नूं ते नहीं पता ये दुनिया ते चलना किवें, तू मेरा हथ फड़ लै, कर गए लिहो ओढ़ नहीं बहावे। दूजी गल एक होर कहंदे, कहाँ बुझारत बूझे डोरा, निस कहिए तो समझे पूरा। मैं मूर्ख भी हाँ महाराज, मैनू ये भी नहीं पता। कहाँ विशन पद गावे गुंग, जतन करे तो भी सुरपंग। हे परमात्मा मैं परमात्मा के गीत भी किवें गा सकदा, क्यों मैं तो गूंगा हाँ, मैनू नहीं पता वो गीत गाने। कहाँ विशन पद गावे गुंग, जतन करे तो पी सुरपन। एक गल होर भी कहते हैं, कहाँ पिंगुल पर्वत पर भवन, नहीं होत उहाँ उस गमन। मैं महाराज पिंगला भी हाँ, ते पिंगले पर्वतां ते किवें चढ़दे ने। अगे के करतार करुणा में दीन बेनती करे, नानक तुमरी कृपा तरै। हे परमात्मा मैं तो तेरे अगे बेनती करदा हाँ, मैनू पार उतार। जे ऐसे शब्द मनुख अपने मन ही मन गाएगा, अपने मन ही मन ऐसे शब्द पढ़ेगा, परमात्मा उहदे ते कृपा जरूर करदा है। करतार करुणा में दीन बेनती करे, नानक तुमरी कृपा तरै। हे परमात्मा तेरी किरपा दे नाल मेरा पार उतारा हो सकता है। वैसे तो मेरे पाप बड़े ने, पापां वाल वेखां ते पता ही नहीं। लिख है कते न छुट्टी है, खिन खिन भुलन। मैं तो एक एक सैकेंड ही भुल जाना हाँ, मैनू नहीं पता, क्योंकि मैनू हुक्म बारे ही नहीं पता। मेरी तो तेरे अगे बेनती है, मेरा पार उतारा कर। मैनू इस दुनिया में तू लैके आया है, तू ही पार उतारा करना है। ये बेनती महाराज सुखमणी साहब च सिखाउंदे ने। कहते एक ऊपर जिस जन की आशा, तिसकी कटिए जम की फासा। महाराज कहते एक दे उत्ते आस रख। कबीर साहब एक गल होर भी कहते ने, कबीर केसो केसो कूकी है, ना सोईए असार। असार का मतलब गाफल होके ना सो। तू परमात्मा का नाम लैंदा ही रह, उन्होंने कहता रहे हे परमात्मा, उन्होंने वाहिगुरु वाहिगुरु कहता रहे, राम राम कहता ही रहे। कबीर केशो केसो कूकी है, ना सोईए आसार। रात दिवस के कूक ने कबहू के सुने पुकार। कि तू दिन रात उन्होंने गाएगा, किते दिन तेरी वो पुकार सुन रहेगा। मैं उस दिन बेनती की साध संगत, असल दे विच परमात्मा अगे बेनती अरदास करिए, परमात्मा बहरा नहीं है। एक विचारक कहता है परमात्मा बहरा नहीं है, असल दे विच कहता मैं ही गूंगा हाँ, मैनू परमात्मा के शब्द बोलने ही नहीं आउंदे। वो बहरा नहीं है, मैं कदे उन्होंने पुकारिया ही नहीं, मैं कदे उन्होंने बुलाया ही नहीं। वो बहरा नहीं है, उन्होंने सुनदा है। सद सुनदा सद वेखदा, मैं मूर्ख जानिया दूरी है। मैं मूर्ख ने उन्होंने दूर समझिया है, वो तो मेरे नाल ही रहिंदा है, वो तो हमेशा सुनता है मैनू। इस करके कहते हैं कबीर साहब,
तू दिन रात ਉਹਦਾ नाम जप, भावें तेरा मन जुड़े भावें ना जुड़े, पर जे तू लगातार ਉਹਨੂੰ गाएगा एक दिन तेरी पुकार ਉਹ ਜ਼ਰੂਰ ਸੁਣ ਲਏਗਾ, क्योंकि वो सुन लैंदा है। ਜਿਹੜੇ ਉਹਦੇ ਅੱਗੇ ਦੀਨ ਹੋ ਜਾਂਦੇ ਨੇ ਉਹਦਾ ਕੰਮ ਹੀ ਸੁਣਨਾ है। ਅੱਗੇ ਮਹਾਰਾਜ ਕਹਿੰਦੇ ਨੇ पार ब्रह्म की जिस मन भूख, नानक तिस है न लागै है दुख। ਜਿਹੜੇ ਮਨੁੱਖ ਦੇ ਅੰਦਰ ਪਰਮੇਸ਼ਰ ਦੀ ਭੁੱਖ ਲੱਗ ਜਾਂਦੀ ਹੈ ਉਹਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ। ਮਹਾਰਾਜ ਬਾਣੀ 'ਚ ਕਹਿੰਦੇ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਦਾਰ। ਜੇ ਕੋਈ ਉਹ ਪਰਮਾਤਮਾ ਦੀ ਵਿਚਾਰ ਨੂੰ ਖਾਂਦਾ ਹੈ, ਉਹਦੀ ਵਿਚਾਰ ਕਰਦਾ ਹੈ, ਤੇ ਉਸ ਤੋਂ ਬਾਅਦ ਉਹਦੀ ਵਿਚਾਰ ਸੁਣ ਕੇ ਉਹਨੂੰ ਪਹੁੰਚਾਉਂਦਾ ਵੀ, ਆਪਣੀ ਜ਼ਿੰਦਗੀ 'ਚ ਲਾਗੂ ਵੀ ਕਰਦਾ ਹੈ, ਮਹਾਰਾਜ ਕਹਿੰਦੇ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਸੋ ਇਸ ਕਰਕੇ ਸਾਧ ਸੰਗਤ ਅੱਜ ਦਾ ਜਿਹੜੀ ਇਹ ਪੰਕਤੀ ਹੈ, ਪੌੜੀ ਹੈ, ਇਹਦੇ ਵਿੱਚ ਮਹਾਰਾਜ ਨੇ 3 ਗੱਲਾਂ ਮੁੱਖ ਤੌਰ ਤੇ ਦੱਸੀਆਂ ਨੇ। ਪਹਿਲੀ ਗੱਲ ਤੇ ਇਹ ਹੈ, ਜਦੋਂ ਤਾਈਂ ਮਨੁੱਖ ਨੂੰ ਆਤਮ ਦਾ ਪਤਾ ਨਹੀਂ ਲੱਗਦਾ, ਤ੍ਰਿਸ਼ਨਾ ਨਹੀਂ ਬੁਝਦੀ। ਦੂਜੀ ਗੱਲ ਮਹਾਰਾਜ ਕਹਿੰਦੇ ਨੇ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਦਿਨ ਰਾਤ ਲੈਂਦੇ ਰਹਿੰਦੇ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਤੀਜੀ ਗੱਲ ਮਹਾਰਾਜ ਕਹਿੰਦੇ ਨੇ ਜਿਹੜੇ ਮਨੁੱਖ ਇੱਕ ਪਰਮਾਤਮਾ ਤੇ ਆਸ ਬੰਨ ਲੈਂਦੇ ਨੇ, ਪਰਮਾਤਮਾ ਉਹਨਾਂ ਦੀਆਂ ਜਮਾਂ ਦੀਆਂ ਫਾਹੀਆਂ ਕੱਟ ਦਿੰਦਾ ਹੈ। ਅੰਤ ਦੇ ਵਿੱਚ ਮਹਾਰਾਜ ਨੇ ਇਹ ਵੀ ਕਿਹਾ ਹੈ ਜਿਹੜੇ ਮਨੁੱਖ ਪਰਮਾਤਮਾ ਦੀ ਭੁੱਖ ਰੱਖਦੇ ਨੇ ਉਹਨਾਂ ਨੂੰ ਦੁੱਖ ਲੱਗਦਾ ਹੀ ਨਹੀਂ ਹੈ। ਜਿਹੜੇ ਦਿਨ ਰਾਤ ਉਹਦਾ ਨਾਮ ਜਪਦੇ ਨੇ ਉਹਨਾਂ ਨੂੰ ਸਮਝ ਲੱਗ ਜਾਂਦੀ ਹੈ ਨਾ ਦੁੱਖ ਵੱਡਾ ਹੈ ਨਾ ਸੁੱਖ ਵੱਡਾ ਹੈ। ਇਹ ਤੇ ਸਰੀਰ ਦੇ ਕੱਪੜੇ ਨੇ, ਬਾਰ-ਬਾਰ ਆਉਂਦੇ ਰਹਿਣਗੇ, ਪਰ ਮਨੁੱਖ ਦੁੱਖ ਨੂੰ ਦੁੱਖ ਸਮਝਦਾ ਨਹੀਂ ਹੈ। ਇਹ ਐਸੀ ਜਿਹੜੀ ਵਿਚਾਰ ਗੁਰੂ ਸਾਹਿਬ ਜੀ ਨੇ ਦੱਸੀ ਹੈ। ਕੱਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਅਗਲੇ ਸੂਤਰ ਦੱਸਣਗੇ, ਕਿਉਂਕਿ ਸਾਧ ਸੰਗਤ ਇਹ ਜਿਹੜੇ ਸੂਤਰ ਨੇ ਘੱਟੋ ਘੱਟ, ਜਿਵੇਂ ਗੁਰਬਾਣੀ ਕੀ ਸੂਤਰ ਨੇ, ਜਿਵੇਂ ਮੈਥ ਦੇ ਸਵਾਲ ਅਸੀਂ ਵੇਖਦੇ ਹਾਂ ਬੱਚੇ ਹੱਲ ਕਰਦੇ ਨੇ ਨਾ, ਉਹਦੇ ਵਿੱਚ ਪਹਿਲਾਂ ਸੂਤਰ ਹੁੰਦੇ ਸੀ ਤੇ ਬੱਚੇ ਮਾਸਟਰ ਨੂੰ ਦੱਸਦੇ ਮਹਾਰਾਜ ਮਾਸਟਰ ਜੀ ਇਹ ਸੂਤਰ ਲੱਗ ਨਹੀਂ ਰਿਹਾ, ਕਹਿੰਦੇ ਆਹ ਸੂਤਰ ਲਾ ਤੇ ਇਹ ਸਵਾਲ ਹੱਲ ਹੋ ਜਾਏਗਾ। ਇਵੇਂ ਜਿਵੇਂ ਮਨੁੱਖ ਦੀ ਜ਼ਿੰਦਗੀ ਬੇਹਾਲ ਹੋਈ ਪਈ ਹੈ, ਗੁਰੂ ਸਾਹਿਬ ਨੇ ਸੂਤਰ ਦੱਸੇ ਨੇ, ਇਹ ਵਾਲਾ ਸੂਤਰ ਆਪਣੀ ਜ਼ਿੰਦਗੀ ਚਲਾ ਦੇ ਤੇ ਜ਼ਿੰਦਗੀ ਸੌਖੀ ਹੋ ਜਾਏਗੀ। ਗੁਰੂ ਨੇ ਸੂਤਰ ਦੱਸਣੇ ਨੇ। ਸੋ ਇਹ ਜਿਹੜੇ ਸੂਤਰ ਕੀ ਨੇ, ਜੇ ਮਨੁੱਖ ਨੂੰ ਕੋਈ ਦੁੱਖ ਹੈ ਤੇ ਉਹ ਰੱਬ ਦਾ ਨਾਂ ਲਏ, ਦੁੱਖ ਦੂਰ ਹੋ ਜਾਏਗਾ, ਸੂਤਰ ਹੈ। ਹੁਣ ਗੁਰੂ ਸਾਹਿਬ ਨੇ ਤੇ ਦੱਸ ਦਿੱਤਾ ਹੈ, ਲਾਗੂ ਕਰਨਾ ਮਨੁੱਖ ਦਾ ਕੰਮ ਹੈ। ਲਾਏਗਾ ਤੇ ਠੀਕ ਹੋ ਜਾਏਗਾ, ਨਹੀਂ ਲਾਏਗਾ ਤੇ ਜ਼ਿੰਦਗੀ ਚੱਲ ਹੀ ਰਹੀ ਹੈ। ਮੈਨੂੰ ਕਈ ਵਾਰੀ ਯਾਦ ਆਉਂਦਾ ਹੈ ਸਾਧ ਸੰਗਤ ਇਹ ਕਹਾਣੀ, ਅੰਤ ਦੇ ਵਿੱਚ ਮੈਂ ਕਹਿਣੀ ਚਾਹਾਂਗਾ। ਕਹਿੰਦੇ ਇੱਕ ਵਾਰੀ ਨਾ, ਵੈਸੇ ਤੇ ਇਹ ਹੈ ਕਿ ਬਾਂਦਰ ਤੇ ਬਾਂਦਰੀ ਦੀ ਕਹਾਣੀ ਹੈ। ਉਹ ਦੋਵੇਂ ਬਾਂਦਰ ਤੇ ਬਾਂਦਰੀ ਦਰਖਤ ਦੇ ਉੱਤੇ ਬੈਠੇ ਨੇ, ਥੱਲੋਂ ਨਦੀ ਵਗ ਰਹੀ ਹੈ। ਨਦੀ ਵਗਦੀ ਉੱਤੋਂ ਆਕਾਸ਼ਬਾਣੀ ਹੁੰਦੀ ਹੈ, ਇਹਦੇ ਵਿੱਚ ਛਾਲ ਮਾਰੋ ਰਾਜਾ ਤੇ ਰਾਣੀ ਬਣ ਜਾਓਗੇ। ਨਦੀ ਦੇ ਵਿੱਚ ਬਾਂਦਰ ਤੇ ਬਾਂਦਰੀ ਨੂੰ ਆਕਾਸ਼ਬਾਣੀ ਹੋਈ। ਹੁਣ ਬਾਂਦਰੀ ਨੇ ਛਾਲ ਮਾਰੀ, ਬਾਹਰ ਨਿਕਲੀ, ਰਾਣੀ ਬਣ ਗਈ। ਥੋੜੀ ਦੂਰ ਆਈ, ਵੇਖਦੀ ਬਾਂਦਰ ਨਹੀਂ ਆਇਆ। ਉਹਨੇ ਫਿਰ ਵੇਖਿਆ ਦਰਖਤ ਵੱਲ, ਆਇਆ ਨਹੀਂ। ਉਹ ਕਹਿੰਦੀ ਤੂੰ ਆਇਆ ਕਿਉਂ ਨਹੀਂ ਥੱਲੇ, ਮਾਰਿਆ ਕਿਉਂ ਨਹੀਂ ਛਾਲ? ਕਹਿੰਦੇ ਮੇਰੇ ਅੰਦਰ ਦੁਬਿਧਾ ਸੀ, ਪਤਾ ਨਹੀਂ ਛਾਲ ਮਾਰਾਂਗਾ ਰਾਜਾ ਬਣਾਂਗਾ ਕਿ ਨਹੀਂ ਬਣਾਂਗਾ। ਉਹ ਕਹਿੰਦੀ ਕਮਲਿਆ ਛਾਲ ਮਾਰ ਦੂੰ, ਰਾਜਾ ਬਣਦਾ ਬਣਦਾ ਨਹੀਂ ਤੇ ਬਾਂਦਰ ਤੇ ਆਈ ਸੀ। ਛਾਲ ਮਾਰ ਦਿੰਦਾ ਤੂੰ, ਰਾਜਾ ਬਣਦਾ ਬਣਦਾ ਨਹੀਂ ਤੇ ਇੱਥੋਂ ਤੇ ਕਿਤੇ ਗਿਆ ਹੀ ਨਹੀਂ ਸੀ ਨਾ। ਐਵੇਂ ਸਾਧ ਸੰਗਤ ਗੁਰੂ ਦੇ ਜਿਹੜੇ ਬਚਨ ਨੇ ਜੇ ਲਾਗੂ ਕਰ ਲਈਏ ਜ਼ਿੰਦਗੀ 'ਚ, ਰਾਜੇ ਤੇ ਬਣ ਹੀ ਜਾਏਗਾ, ਨਹੀਂ ਵੀ ਬਣੇਗਾ। ਜਿੱਥੇ ਹੈ ਉੱਥੋਂ ਥੱਲੇ ਨਹੀਂ ਜਾਣ ਲੱਗਾ। ਇਹ ਤੇ ਮੇਰਾ ਵੀ ਵਿਸ਼ਵਾਸ ਹੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਐਵੇਂ ਤੇ ਜ਼ਿੰਦਗੀ ਚੱਲ ਹੀ ਰਹੀ ਹੈ। ਇੱਥੇ ਤੇ ਖੜੇ ਹੀ ਆ, ਇੱਥੋਂ ਥੱਲੇ ਨਹੀਂ ਜਾਵਾਂਗੇ। ਹਾਂ ਇਹ ਹੈ ਜੇ ਉਹਦੀ ਬੰਦਗੀ ਕਰਾਂਗੇ ਉੱਤੇ ਜ਼ਰੂਰ ਚਲੇ ਜਾਵਾਂਗੇ। ਇਹ ਗੁਰੂ ਸਾਹਿਬ ਕਹਿੰਦੇ ਨੇ। ਸੋ ਇਸ ਕਰਕੇ ਬਚਨਾਂ ਨੂੰ ਲਾਗੂ ਕਰਨਾ ਹੈ ਜ਼ਿੰਦਗੀ 'ਚ। ਜਿਵੇਂ ਜਿਵੇਂ ਲਾਗੂ ਹੋਣਗੇ ਜ਼ਿੰਦਗੀ ਆਨੰਦਮਈ ਅੰਮ੍ਰਿਤਮਈ ਜ਼ਿੰਦਗੀ ਬਣ ਜਾਏਗੀ। ਇੰਨੀਆਂ ਬੇਨਤੀਆਂ ਪ੍ਰਵਾਨ, ਸਤਿਗੁਰੂ ਜੀ ਕਿਰਪਾ ਕਰਨ। ਜਿਵੇਂ ਜਿੰਨੇ ਵੀ ਸਤ ਸੰਗੀ ਆਪ ਚੱਲ ਕੇ ਆਉਂਦੇ ਹੋ, ਸਾਰਿਆਂ ਨੂੰ ਉਦਮ ਉਪਰਾਲੇ ਬਖਸ਼ਣ। ਆਪ ਇਸੇ ਤਰੀਕੇ ਨਾਲ ਹੀ ਸਤ ਸੰਗਤ ਵਿੱਚ ਆ ਕੇ ਜੋ ਗੁਰੂ ਸਾਹਿਬ ਜੀ ਸੁਖਮਣੀ ਸਾਹਿਬ ਦੇ ਵਿੱਚ ਆਪਣੇ ਸੂਤਰ ਦੱਸ ਰਹੇ ਨੇ, ਜ਼ਿੰਦਗੀ ਨੂੰ ਠੀਕ ਕਰਨ ਦੇ ਸੂਤਰ ਦੱਸ ਰਹੇ ਨੇ, ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਆਪਣੀ ਜ਼ਿੰਦਗੀ ਦੇ ਇਸ ਸਵਾਲ ਨੂੰ ਸੋਲਵ ਕਰ ਸਕੀਏ, ਇਹਨੂੰ ਹੱਲ ਕਰ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ। ਹੋਈ ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।